साध संगत, आपने ਹੁਣ तक गुरबाणी ਤੇ कुछ विचारां ਦਾ लाभ उठाया, मैनू सफला किया है। बाकी जो 9 बजे तक और समा अपने पास है, उसनूं सफला करो। बीबियां नूं चाहिदा है जिन्हां पास बच्चे हैं तो पिछले पासे जाके बैठन। इस गल विच कोई हानि नहीं, कोई दुख नहीं, कोई कलेश नहीं। फायदा इतना है, बच्चा रोंदा है, रिहाड़ करता है, उसनूं उठ के चुप करा लेना या बाहर हो के उसनूं चुप करा लेना। इस गल विच सारी संगत नूं लाभ हुंदा। जेकर विचाले बैठे बच्चा रोंदा है, ਉਹਦੇ ਬੋਲਣ ਦੀ ਆਵਾਜ਼ ਆਉਂਦੀ ਹੈ, ਸਾਰੀ ਸੰਗਤ ਦਾ ਖਿਆਲ ਉੱਧਰ ਜਾਂਦਾ ਹੈ। ਜੋ ਖਿਆਲ ਕਿਸੇ ਰੰਗ ਵਿੱਚ ਲਿਵਲੀਨ ਹੁੰਦਾ ਹੈ, ਹਰੀ ਜਸ ਵਿੱਚ ਜੁੜਿਆ ਹੁੰਦਾ ਹੈ, ਜਦੋਂ ਟੁੱਟਦਾ ਹੈ, ਉਸ ਖਿਆਲ ਦੇ ਟੁੱਟਣ ਦਾ ਦੋਸ਼, ਉਸ ਦਾ ਪਾਪ ਤੁਸੀਂ ਨੂੰ ਲੱਗਣਾ ਹੈ ਜਿਸ ਨੇ ਇਹ ਕੁਛ ਕਰਨਾ ਹੈ। ਤਾਂ ਤੇ ਪਿਛਲੇ ਪਾਸੇ ਬੈਠਣ ਦੇ ਵਿੱਚ ਉਹਨਾਂ ਨੂੰ ਲਾਭ ਹੈ, ਫਾਇਦਾ ਹੈ। ਦਰਸ਼ਨ ਮੇਲਾ ਵੀ ਉੱਥੋਂ ਹੋ ਸਕਦਾ ਹੈ, ਸ਼ਬਦ ਵੀ ਉੱਥੇ ਸੁਣੀ ਜਾ ਸਕਦਾ ਹੈ, ਕੋਈ ਵਿਘਨ ਨਹੀਂ। ਇਸ ਵਾਸਤੇ ਇਹ ਜੇ ਸਿਆਣੇ ਮੁਲਕ ਵਿੱਚ ਰਹਿਣ ਵਾਲੀਆਂ ਤੁਸੀਂ ਸਿਆਣੀਆਂ ਬੀਬੀਆਂ ਹੋ, ਤੁਹਾਨੂੰ ਸਿਆਣਪ 'ਤੇ ਕੰਮ ਲੈਣਾ ਚਾਹੀਦਾ। ਬਾਕੀ ਕੁਛ ਕੁ ਪ੍ਰੇਮੀ ਜੋ ਸੇਵਾਦਾਰ ਉਹ ਵੀ ਖੜੇ ਹੋ ਜਾਣ ਅਤੇ ਇਹਨਾਂ ਨੂੰ ਚਮਕਾਉਣ ਦੀ ਕੋਸ਼ਿਸ਼ ਕਰਨ। ਐਸਾ ਹੋਵੇ ਤਾਂ ਸਮੇਂ ਨੂੰ ਪੂਰਾ ਸਫਲਾ ਤਦੇ ਹੀ ਕੀਤਾ ਜਾ ਸਕਦਾ ਹੈ, ਪੂਰਾ ਆਨੰਦ ਤਦੇ ਹੀ ਆਉਂਦਾ ਹੈ। ਬਿਲਕੁਲ ਇੱਕ ਦੂਜੇ ਦਾ ਸਾਹ ਵੀ ਕਿਸੇ ਨੂੰ ਨਾ ਸੁਣੇ, ਬੱਚੇ ਦੀ ਆਵਾਜ਼ ਤਾਂ ਥੋੜ੍ਹੀ ਦਰਕਨਾਰ ਰਹੀ। ਆਹ ਹੁਣ ਸਾਰੇ ਹੀ ਰਸਨਾ ਨੂੰ ਸਫਲਾ ਕਰਨ ਦੀ ਖੇਚਲ ਕਰੋ। ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ ਬੋਲੋ, ਤੀਸਰੇ ਪਾਸੇ ਗੱਜ ਬੱਜ ਕੇ ਸਭ ਬੀਬੀਆਂ ਬੋਲਣ ਦੀ ਖੇਚਲ ਕਰੋ। ਚਰਨ ਪਰਿਓ ਦਰਬਾਰੇ ਸੁਆਮੀ, ਚਰਨ ਪਰਿਓ ਦਰਬਾਰੇ, ਚਰਨ ਪਰਿਓ ਦਰਬਾਰੇ ਸੁਆਮੀ, ਚਰਨ ਪਰਿਓ ਦਰਬਾਰੇ, ਸੁਆਮੀ ਚਰਨ ਪਰਿਓ
ਭਰਿਓ ਦਰਬਾਰੇ। ਕੋਟ ਪਰਾਗ ਖੰਡਨ ਕੇ ਦਾਤੇ, ਤੁਧ ਬਿਨ ਕਵਨ ਉਧਾਰੇ। ਖੋਜਤ ਖੋਜਤ ਬਹੁ ਪ੍ਰਕਾਰੇ, ਸਰਬ ਅਰਥ ਵਿਚਾਰੇ। ਸਾਧ ਸੰਗ ਪਰਮ ਗਤ ਪਾਈਐ, ਮਾਇਆ ਰਚ ਬੰਧ ਹਾਰੇ। ਸ਼ਰਨ ਪਰਿਉ ਦਰਬਾਰੇ ਸੁਆਮੀ, ਸ਼ਰਨ ਪਰਿਉ ਦਰਬਾਰੇ। ਸ਼ਰਨ ਪਰਿਉ ਦਰਬਾਰੇ ਸੁਆਮੀ, ਸ਼ਰਨ ਪਰਿਉ ਦਰਬਾਰੇ। ਸ਼ਰਨ ਪਰਿਉ ਦਰਬਾਰੇ ਸੁਆਮੀ, ਸ਼ਰਨ ਪਰਿਉ ਦਰਬਾਰੇ। ਸੰਗ ਪ੍ਰੀਤ ਮਨ ਲਾਗੀ, ਸੁਰਜਨ ਮਿਲੇ ਪਿਆਰੇ। ਨਾਨਕ ਆਨੰਦ ਕਰੈ ਹਰ ਜਪ ਜਪ, ਸਗਲੇ ਰੋਗ ਨਿਵਾਰੇ। ਸੁਆਮੀ ਸ਼ਰਨ ਪਰਿਉ ਦਰਬਾਰੇ, ਸ਼ਰਨ ਪਰਿਉ ਦਰਬਾਰੇ, ਸ਼ਰਨ ਪਰਿਉ ਦਰਬਾਰੇ।
ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਜਿਤਨੀ ਦੇਰ ਤੱਕ ਖਿਆਲ ਬਾਹਰੋਂ ਨਹੀਂ ਰੁਕਦਾ ਹੁੰਦਾ, ਸ਼ਬਦ ਨਾਲ ਨਹੀਂ ਜੁੜਿਆ ਕਰਦਾ। ਸ਼ਬਦ ਨਾਲ ਜੁੜੇ ਬਿਨਾਂ ਸ਼ਬਦ ਦਾ ਬਾਣੀ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ। ਗੁਰੂ ਬਾਬਾ ਜੀ ਦੀ ਸਿੱਖਿਆ ਜੋ ਜੀਵ ਨੂੰ ਲੋਕ ਸੁਖੀ ਪਰਲੋਕ ਸੁਹੇਲਾ ਬਣਾਉਣ ਵਾਲੀ ਹੈ, ਉਸਦੀ ਸਮਝ ਨਹੀਂ ਪਿਆ ਕਰਦੀ। ਸਮਝ ਨਾ ਪੈਣ 'ਤੇ ਉਸਦੇ ਉੱਪਰ ਅਮਲ ਨਹੀਂ ਹੋਇਆ ਕਰਦਾ। ਅਮਲ ਹੋਏ ਬਿਨਾਂ ਜੀਵ ਦਾ ਨਿਸਤਾਰਾ ਨਹੀਂ। ਇਸ ਕਰਕੇ ਧਿਆਨ ਦੇ ਕੇ ਪਹਿਲੇ ਸੁਣਨਾ ਹੀ ਹੁੰਦਾ ਹੈ। ਇਹ ਮਾਨੁਖ ਸਰੀਰ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹੱਥ ਆਇਆ। ਕਈ ਜਨਮ ਫੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰੰਕਾਲੇ ਦੇ ਸੰਜਰੀਏ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਇੱਕ ਰੂਹ ਹੈ, ਦੂਸਰਾ ਜਿਸਮ ਹੈ। ਜਿਸਮ ਫਾਨੀ ਚੀਜ਼ ਹੈ, ਰੂਹ ਵਿਨਾਸ਼ੀ ਚੀਜ਼ ਹੈ। ਰੂਹ ਪਰਮਾਤਮਾ ਦਾ ਪੁੱਤਰ ਹੈ, ਜਿਸਮ ਨਾਸ਼ਵੰਤ ਚੀਜ਼ ਹੈ, ਪੰਜਾਂ ਤੱਤਾਂ ਦੀ ਬਣਾਵਟ ਹੈ। ਜਿਸਮ ਕੁਛ ਦੇਰ ਵਾਸਤੇ ਮਿਲਿਆ ਹੈ। ਜਨਮ ਔਰ ਮਰਨ ਦੇ ਸਮੇਂ ਦੇ ਦਰਮਿਆਨ ਜਿਸ ਨੂੰ ਉਮਰ ਕਹਿੰਦੇ ਹਨ, ਉਤਨੀ ਦੇਰ ਵਾਸਤੇ ਹੀ ਮਿਲਿਆ। ਭਾਵੇਂ ਪਹਿਲੇ ਸਮਿਆਂ ਦੇ ਵਿੱਚ ਲੱਖ ਲੱਖ ਵਰ੍ਹੇ ਵਾਸਤੇ ਜਿਸਮ ਮਿਲ ਜਾਂਦਾ ਸੀ। ਅਗਲਾ ਸਮਾਂ ਆਇਆ 10-10 ਹਜ਼ਾਰ ਵਰ੍ਹੇ ਵਾਸਤੇ ਮਿਲਦਾ ਸੀ। ਉਸ ਤੋਂ ਅਗਲਾ ਸਮਾਂ ਆਇਆ ਹਜ਼ਾਰ ਵਰ੍ਹੇ ਵਾਸਤੇ ਮਿਲਦਾ ਸੀ। ਇਹ ਕਲਯੁਗ ਦਾ ਸਮਾਂ ਹੈ। 100 ਸਾਲ ਜ਼ਿਆਦਾ ਤੋਂ ਜ਼ਿਆਦਾ ਉਮਰ ਮੰਨੀ ਹੈ ਇਸਦੀ। ਪਰ ਇਸ ਸਮੇਂ ਦਾ ਦੀਰਘਾਯੂ ਦਾ ਬੰਦਾ 70-80 ਦੇ ਦਰਮਿਆਨ ਮੰਨਿਆ ਜਾ ਸਕਦਾ ਹੈ। ਭਾਵੇਂ ਇਸ ਦਾ ਨਿਯਮ ਨਹੀਂ, ਕਈ ਮਾਤਾ ਦੇ ਉਦਰ ਵਿੱਚ ਮਰ ਜਾਂਦੇ ਨੇ, ਕਈ ਜੰਮਦੇ ਹੀ, ਕਈ ਕੁਛ ਦਿਨਾਂ ਦੇ ਹੋ ਕੇ, ਕੋਈ ਕੁਛ ਮਹੀਨਿਆਂ ਦੇ, ਕੋਈ ਬਚਪਨ ਵਿੱਚ, ਕੋਈ ਜਵਾਨੀ ਵਿੱਚ। ਬੁਢਾਪੇ ਤੋਂ ਬਾਅਦ ਤਾਂ ਕੁਛ ਸਮਾਂ ਮੰਨਿਆ ਨਹੀਂ ਨਾ। ਜਦੋਂ ਫਸਲ ਪੱਕ ਜਾਂਦੀ ਹੈ, ਜ਼ਿਮੀਂਦਾਰ ਵੱਢਣ ਦੀ ਕਰਦਾ। ਇਸੀ ਤਰ੍ਹਾਂ ਹੀ ਜਦੋਂ ਬਿਰਧ ਅਵਸਥਾ ਆ ਜਾਂਦੀ, ਫਿਰ ਤਾਂ ਇਸ ਨੂੰ ਕਿਹਾ ਨਹੀਂ ਨਾ ਜਾਂਦਾ ਕਹਿ ਦਿੰਦਾ ਬਾਕੀ ਹੈ। ਪਰ ਇਹ ਵੀ ਨਹੀਂ ਕਿਹਾ ਜਾਂਦਾ ਬਚਪਨ, ਜਵਾਨੀ, ਬੁਢਾਪਾ ਆਦਿ, ਇਹ ਵੀ ਕੁਛ ਨਹੀਂ ਕਿਹਾ ਜਾ ਸਕਦਾ। ਹਾਂ, ਅਖੀਰ ਇਸਨੇ ਬਿਨਸਣਾ ਹੈ। ਉਸ ਤੋਂ ਪਹਿਲੇ ਇਸ ਸਰੀਰ ਤੋਂ ਇਸਨੇ ਕੰਮ ਲੈਣਾ। ਜੇਕਰ ਇਸ ਨੂੰ ਸਿਰਫ ਦੁਨਿਆਵੀ ਧੰਦਿਆਂ ਵਿੱਚ ਹੀ ਲਗਾ ਦਿੱਤਾ ਤਾਂ ਜਿਹਾ ਜਾਏ ਧਾਰਿਆ, ਜਿਹਾ ਨਾ ਧਾਰਿਆ। ਜੇ ਵਿਵਹਾਰ ਕਰਦਿਆਂ ਹੋਇਆਂ ਆਪਣਾ ਪਰਮਾਰਥਕ ਫਰਜ਼ ਵੀ ਨਾਲ ਨਾਲ ਅਦਾ ਕਰਦਾ ਜਾਂਦਾ ਹੈ, ਉਹੀ ਪੂਰਾ ਇਨਸਾਨ ਕਹਿਲਾ ਸਕਦਾ ਹੈ। ਉਹੀ ਇਸ ਜਿਸਮ ਤੋਂ, ਇਸ ਮਾਨਵ ਤਨ ਤੋਂ ਲਾਭ ਉਠਾ ਸਕਦਾ ਹੈ। ਇਸ ਵਾਸਤੇ ਇਸ ਮਾਨਵ ਤਨ ਨੂੰ ਸਫਲਾ ਕਰਨ ਦੀ ਖੇਚਲ ਕਰੋ। ਸਫਲਾ ਹੁੰਦਾ ਹੈ ਸਤਸੰਗ ਦੁਆਰਾ, ਗੁਰੂ ਦੀ ਸ਼ਰਨ ਵਿੱਚ ਆ ਕੇ ਔਰ ਨਾਮ ਜਪ ਕੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਅੱਜ ਕਿਸੇ ਪ੍ਰੇਮੀ ਦੇ ਘਰ ਠਹਿਰੇ ਹਨ। ਪਹਿਲੇ ਵੀ ਉਹ ਸੰਤਾਂ ਦੀ ਸੇਵਾ ਕਰਿਆ ਕਰਦਾ। ਹਰ ਮਹਾਂਪੁਰਖ ਦੇ ਪਾਸ ਇੱਕ ਸਵਾਲ ਕਰਦਾ ਹੁੰਦਾ, ਮਹਾਰਾਜ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਉਹਨਾਂ ਦੀ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਸਵਾਲ ਉਸਦਾ ਹਰ ਮਹਾਂਪੁਰਖ ਦੇ ਪਾਸ ਹੁੰਦਾ। ਹਾਂ, ਜਥਾ ਜੋਗ ਮਹਾਂਪੁਰਖਾਂ ਨੇ ਉੱਤਰ ਦੇਣਾ, ਪਰ ਇਹੀ ਸਵਾਲ ਉਸਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਵੀ ਕੀਤਾ। ਗਰੀਬ ਨਵਾਜ਼, ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਕੀ ਫਲ ਹੁੰਦਾ ਹੈ। ਇਹ ਬਚਨ ਸੁਣ ਕੇ ਗੁਰੂ ਬਾਬਾ ਜੀ ਨੇ ਫਰਮਾਨ ਕੀਤਾ, ਪ੍ਰੇਮੀਆਂ, ਸ਼ਾਮ ਦੇ ਵਕਤ ਜਦ ਸੂਰਜ ਦੇ ਛਪਾ ਦਾ ਵਕਤ ਹੋਵੇ, ਤੁਹਾਡੇ ਲਹਿੰਦੇ ਵੱਲ ਜਿਹੜਾ ਛੱਪੜ ਹੈ ਪਿੰਡ ਦੇ, ਉਸਦੇ ਕਿਨਾਰੇ ਜਾਵੀਂ, ਤੈਨੂੰ ਉੱਥੋਂ ਇਸ ਦਾ ਜਵਾਬ ਮਿਲੇਗਾ।
ਭਾਵੇਂ ਇਸ ਨੂੰ ਜਵਾਬ ਪਹਿਲੇ ਮਿਲ ਚੁੱਕਾ ਸੀ, ਪਰ ਅਜੇ ਸੰਤੁਸ਼ਟਤਾ ਨਹੀਂ ਸੀ ਆਈ, ਇਸ ਨੂੰ ਸੰਤੋਖ ਨਹੀਂ ਸੀ ਆਇਆ, ਤਸੱਲੀ ਨਹੀਂ ਸੀ ਹੋਈ। ਇਸ ਵਾਸਤੇ ਗੁਰੂ ਬਾਬਾ ਜੀ ਉਸ ਨੂੰ ਪ੍ਰੈਕਟੀਕਲੀ ਜਵਾਬ ਦੇਣ ਵਾਸਤੇ ਇਹ ਕੌਤਕ ਰਚਦੇ ਹਨ। ਹਾਂ, ਤੁਹਾਡੇ ਪਿੰਡ ਦੇ ਲਹਿੰਦੇ ਵੱਲ ਜਿਹੜਾ ਛੱਪੜ ਹੈ, ਸੂਰਜ ਦੇ ਛਿਪਣ ਵੇਲੇ ਉੱਥੇ ਜਾਵੀਂ, ਤੈਨੂੰ ਜਵਾਬ ਮਿਲੇਗਾ। ਚਲਾ ਗਿਆ, ਚਾਰ ਚੁਫੇਰੇ ਛੱਪੜ ਦੇ ਫਿਰ ਰਿਹਾ ਹੈ। ਕੀ ਦੇਖਦਾ ਹੈ? ਆਦਮੀ ਕੋਈ ਨਹੀਂ, ਇੱਕ ਕਾਵਾਂ ਦਾ ਜੋੜਾ, ਜਿਨ੍ਹਾਂ ਦੇ ਰੰਗ ਕਾਲੇ। ਕਾਵਾਂ ਦੀ ਖੁਰਾਕ ਵਿਸ਼ਟਾ, ਗੰਦਗੀ ਆਦਿਕ ਹੁੰਦੀ ਹੈ। ਕਾਂ ਦਾ ਸੁਭਾਅ ਵੀ ਕਰੂਰ ਹੁੰਦਾ ਹੈ। ਕਿਸੇ ਪਸ਼ੂ ਆਦਿ ਦੇ ਜ਼ਖਮ ਦੇਖਣਾ, ਉੱਥੇ ਠੁੰਗ ਮਾਰ ਕੇ ਆਪ ਖੁਸ਼ ਹੋਣਾ, ਉਹਨੂੰ ਦੁਖੀ ਕਰਨਾ। ਇਹ ਜਿਹੇ ਸੁਭਾਵਾਂ ਵਾਲਾ ਇੱਕ ਕਾਵਾਂ ਦਾ ਜੋੜਾ ਬੈਠਾ ਦੇਖਿਆ। ਕਾਫੀ ਦੇਰ ਫਿਰਦਾ ਰਿਹਾ। ਜਦੋਂ ਅੰਧੇਰਾ ਹੋ ਗਿਆ, ਮੁੜਿਆ ਵੀ ਆਦਮੀ ਤਾਂ ਕੋਈ ਮਿਲਿਆ ਨਹੀਂ। ਆ ਕੇ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ, ਆਦਮੀ ਕੋਈ ਨਹੀਂ ਮਿਲਿਆ, ਕਾਵਾਂ ਦਾ ਜੋੜਾ ਸੀ। ਜਾਨਵਰ ਸਨ, ਉਹਨਾਂ ਨੂੰ ਕੀ ਪੁੱਛਦਾ। ਗੁਰੂ ਜੀ ਨੇ ਫਰਮਾਇਆ, ਕੱਲ੍ਹ ਫਿਰ ਜਾਵੇਂ। ਦੂਸਰੇ ਦਿਨ ਫਿਰ ਜਾਂਦਾ ਹੈ। ਕੀ ਦੇਖਦਾ? ਉੱਥੇ ਬਗਲਿਆਂ ਦਾ ਜੋੜਾ ਬੈਠਾ, ਜਿਹਦੇ ਰੰਗ ਸਫੈਦ ਹਨ, ਪਰ ਬਗਲਿਆਂ ਦੀ ਖੁਰਾਕ ਡੱਡਾਂ ਆਦਿਕ ਹੁੰਦੀ ਹੈ। ਇਹੋ ਜਿਹਾ ਬਗਲਿਆਂ ਦਾ ਜੋੜਾ ਦੇਖਿਆ। ਬੜੀ ਦੇਰ ਤੱਕ ਫਿਰਦਾ ਰਿਹਾ, ਪਰ ਆਦਮੀ ਵੀ ਨਹੀਂ ਨਜ਼ਰ ਆਇਆ। ਇਹ ਵੀ ਜਾਨਵਰ ਹਨ, ਪਹਿਲੇ ਨਾਲੋਂ ਕੁਝ ਚੰਗੇ ਮੰਨੇ ਜਾਂਦੇ ਹਨ। ਆ ਕੇ ਫਿਰ ਅਰਜ਼ ਕਰ ਦਿੱਤੀ, ਗਰੀਬ ਨਵਾਜ਼, ਇੱਕ ਬਗਲਿਆਂ ਦਾ ਜੋੜਾ ਸੀ, ਆਦਮੀ ਕੋਈ ਨਹੀਂ ਦੇਖਿਆ। ਗੁਰੂ ਜੀ ਨੇ ਫਰਮਾਇਆ, ਕੱਲ੍ਹ ਫਿਰ ਜਾਈਂ। ਤੀਜੇ ਦਿਨ ਫਿਰ ਜਾਂਦਾ ਹੈ। ਫਿਰ ਉੱਥੇ ਕੀ ਦੇਖਦਾ ਹੈ? ਇੱਕ ਹੰਸਾਂ ਦਾ ਜੋੜਾ ਬੈਠਾ। ਹੰਸ ਉਹ ਜਾਨਵਰ ਹੈ ਜਿਸ ਦਾ ਰੰਗ ਸਫੈਦ ਹੈ, ਔਰ ਖੁਰਾਕ ਇਸ ਦੀ ਦੁੱਧ, ਹੀਰੇ ਮੋਤੀ ਹੁੰਦਾ, ਪਰ ਇਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ। ਖਟਿਆਈ ਹੋਣ ਦੇ ਕਾਰਨ ਅਗਰ ਦੁੱਧ ਪਾਣੀ ਮਿਲਾ ਕੇ ਉਸ ਦੇ ਅੱਗੇ ਕਿਸੇ ਬਰਤਨ ਵਿੱਚ ਰੱਖ ਦਿੱਤਾ ਜਾਏ, ਖੱਟਾ ਹੋਣ ਕਰਕੇ ਉਹ ਫਟ ਜਾਂਦਾ ਹੈ। ਦੁੱਧ ਖਾ ਲੈਂਦਾ ਹੈ, ਪਾਣੀ ਛੋੜ ਦਿੰਦਾ। ਇਹ ਹੰਸ ਦਾ ਸੁਭਾਅ ਹੁੰਦਾ। ਇਹ ਜਿਹੇ ਸੁਭਾਵਾਂ ਵਾਲਾ ਇੱਕ ਹੰਸਾਂ ਦਾ ਜੋੜਾ ਦੇਖਿਆ। ਆ ਕੇ ਫਿਰ ਅਰਜ਼ ਕਰ ਦਿੱਤੀ, ਗਰੀਬ ਨਵਾਜ਼, ਆਦਮੀ ਕੋਈ ਨਹੀਂ ਸੀ, ਹੰਸਾਂ ਦਾ ਜੋੜਾ ਸੀ। ਗੁਰੂ ਬਾਬਾ ਜੀ ਨੇ ਕਿਹਾ, ਕੱਲ੍ਹ ਫਿਰ ਜਾਈਂ। ਜਿਹੜੇ ਸ਼ਰਧਾਵਾਨ ਹਨ, ਉਹ ਆਪਣੀ ਸ਼ਰਧਾ ਦ੍ਰਿੜ ਰੱਖਦੇ ਹਨ। ਇਉਂ ਚੌਥੇ ਦਿਨ ਫਿਰ ਗਿਆ। ਜਾ ਕੇ ਕੀ ਵੇਖਦਾ ਹੈ? ਇੱਕ ਦਿਵ ਸਰੂਪ ਦੇਵਤਿਆਂ ਦਾ ਜੋੜਾ ਬੈਠਾ, ਜਿਨ੍ਹਾਂ ਨੂੰ ਪੁੱਛਦਾ ਹੈ ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਅਤੇ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਸੁਣ ਕੇ ਉਹ ਕਹਿਣ ਲੱਗੇ, ਅਸੀਂ ਨਾ ਤਾਂ ਕਦੇ ਸੰਤਾਂ ਦੇ ਦਰਸ਼ਨ ਕੀਤੇ, ਨਾ ਸੇਵਾ ਕੀਤੀ, ਨਾ ਸੰਗਤ ਕੀਤੀ। ਜੋ ਦਰਸ਼ਨ ਹੀ ਨਹੀਂ ਕੀਤੇ, ਸੇਵਾ ਸੰਗਤ ਕੈਸੇ ਹੋ ਸਕਦੀ ਹੈ? ਸੋ ਤੂੰ ਸੰਤਾਂ ਦੇ ਦਰਸ਼ਨ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ, ਸੰਗਤ ਵੀ ਕਰਦਾ। ਪਰ ਪਹਿਲੇ ਦਿਨ ਅਸੀਂ ਕਾਂ ਸਾਂ, ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਅਸੀਂ ਬਗਲੇ ਬਣ ਗਏ। ਦੂਜੇ ਦਿਨ ਫਿਰ ਤੇਰੇ ਬਗਲਿਆਂ ਦੇ ਜਾਮੇ ਵਿੱਚ ਦਰਸ਼ਨ ਕੀਤੇ, ਫਿਰ ਸਾਡੇ ਵਿੱਚ ਚੇਂਜ ਆਇਆ, ਤਬਾਦਲਾ ਆਇਆ, ਅਸੀਂ ਹੰਸ ਬਣ ਗਏ। ਫਿਰ ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਫਿਰ ਸਾਡੇ ਵਿੱਚ ਤਬਾਦਲਾ ਆਇਆ, ਅਸੀਂ ਹੁਣ ਦੇਵਤਾ ਬਣ ਕੇ ਬੈਕੁੰਠਾਂ ਨੂੰ ਚੱਲੇ। ਤੈਨੂੰ ਇੱਕ ਭਗਵਾਨ ਆ ਗਿਆ, ਉਸ ਵਿੱਚ ਦੋਵੇਂ ਬੈਠ ਗਏ, ਆਕਾਸ਼ ਨੂੰ ਉਡਾਰੀ ਮਾਰਨ ਲੱਗੇ। ਕਹਿੰਦੇ, ਤੇਰੇ ਘਰ ਰੱਬ ਆਇਆ, ਉਹ ਤੋਂ ਪੁੱਛ ਲਈ। ਇੰਨੀ ਗੱਲ ਸੁਣ ਕੇ ਉਹ ਤਾਂ ਘਰ ਨੂੰ ਮੁੜਿਆ ਆਇਆ, ਅਤੇ ਉਹ ਆਕਾਸ਼ ਨੂੰ ਉਡਾਰੀ ਮਾਰ ਗਏ ਨੇ, ਬੈਕੁੰਠਾਂ ਨੂੰ ਚਲੇ ਗਏ। ਘਰ ਆ ਕੇ ਫਿਰ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ, ਅੱਜ ਇੱਕ ਦੇਵਤਿਆਂ ਦਾ ਜੋੜਾ ਸੀ, ਉਹਨਾਂ ਨੂੰ ਮੈਂ ਪੁੱਛਿਆ, ਦੱਸੋ ਸੰਤਾਂ ਦੇ ਦਰਸ਼ਨ, ਸੰਗਤ ਅਤੇ ਸੇਵਾ ਦਾ ਕੀ ਫਲ ਹੁੰਦਾ? ਉਹਨਾਂ ਨੇ ਕਿਹਾ, ਅਸੀਂ ਕਦੇ ਸੰਤਾਂ ਦੇ ਦਰਸ਼ਨ, ਸੰਗਤ, ਸੇਵਾ ਨਹੀਂ ਕੀਤੀ, ਪਰ ਤੇਰੇ ਦਰਸ਼ਨ ਅਸੀਂ ਕਰਦੇ ਹਾਂ। ਪਹਿਲੇ ਕਾਵਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਤਬਾਦਲਾ ਆਇਆ, ਅਸੀਂ ਬਗਲੇ ਬਣੇ। ਫਿਰ ਬਗਲਿਆਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਅਸੀਂ ਹੰਸ ਬਣੇ।
ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਹੁਣ ਦੇਵਤਾ ਬਣ ਕੇ ਬੈਕੁੰਠਾਂ ਨੂੰ ਚੱਲੇ। ਹਾਂ, ਤੇਰੇ ਘਰ ਰੱਬ ਆਇਆ, ਉਹ ਤੋਂ ਪੁੱਛ ਲਈ ਮਹਾਰਾਜ, ਅਜੇ ਤੱਕ ਮੇਰਾ ਸੰਸਾਰ ਦੂਰ ਨਹੀਂ ਹੋਇਆ, ਇਹ ਗੱਲ ਇਉਂ ਕਿਉਂ ਬਣਦੀ ਚਲੀ ਗਈ ਹੈ? ਆਪ ਕਿਰਪਾ ਕਰਕੇ ਦੱਸੋ। ਸੁਣਿਓ ਮੇਰੇ ਮੀਤਾ ਮੈਂ ਸਾਧੂਆਂ ਦੇ ਸੰਗ, ਸੁਣਿਓ ਮੇਰੇ ਮੀਤਾ ਮੈਂ ਸਾਧੂਆਂ ਦੇ ਸੰਗ, ਸੁਣਿਓ ਮੇਰੇ ਮੀਤਾ ਮੈਂ ਸਾਧੂਆਂ ਦੇ ਸੰਗ, ਸੁਣਿਓ ਮੇਰੇ ਮੀਤਾ ਮੈਂ ਸਾਧੂਆਂ ਦੇ ਸੰਗ। ਪਿੰਗਲ ਪਰਬਤ ਪਾਰ ਪਰੇ, ਖਲ ਚਤਰਵ ਕੀਤਾ, ਅੰਧਲੇ ਤਿਰਭਵਨ ਸੂਝਿਆ, ਗੁਰ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ। ਗੁਰੂ ਨਾਨਕ ਦੇਵ ਮਹਾਰਾਜ ਉਸ ਪ੍ਰੇਮੀ ਨੂੰ ਕਹਿਣ ਲੱਗੇ, ਪ੍ਰੇਮੀਆਂ, ਦਰਅਸਲ ਤੇਰੇ ਸਵਾਲ ਦਾ ਜਵਾਬ ਹੈ। ਇਸ ਤਰੀਕੇ ਸਿਰ ਤੈਨੂੰ ਜਵਾਬ ਦਿੱਤਾ ਗਿਆ ਪਹਿਲੇ ਪੈਰ। ਜਿਸ ਵਕਤ ਇਹ ਜੀਵ ਬੁਰੀ ਸੁਸਾਇਟੀ, ਬੁਰਾ ਲਿਟਰੇਚਰ, ਬੁਰੇ ਕਰਮਾਂ ਵਿੱਚ ਲੱਗਣ ਕਰਕੇ ਕਾਮਵਤ ਹੋਇਆ ਹੁੰਦਾ ਹੈ, ਇਹਦਾ ਮਨ ਕਾਲਾ ਸਿਆਹ ਹੋਇਆ ਹੁੰਦਾ ਹੈ, ਬੁਰੇ ਕੰਮਾਂ ਦੇ ਵਿੱਚ ਇਹ ਖਚਿਤ ਹੋਇਆ ਹੁੰਦਾ ਹੈ, ਇਹਦੇ ਨੇਚੇ, ਇਹਦੇ ਖਿਆਲ, ਇਹਦੇ ਵਿਚਾਰ ਬਹੁਤ ਪ੍ਰਾਗੰਦਾ ਹੋਏ ਹੁੰਦੇ ਹਨ, ਜਿਨ੍ਹਾਂ ਦਾ ਫਲ ਇੱਥੇ ਹੀ ਇੱਕ ਕਿਸਮ ਦਾ ਦੋਜ਼ਖ ਭੁਗਤਦਾ ਹੁੰਦਾ ਹੈ। ਜਦੋਂ ਉਸਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਦੇ ਜੀਵਨ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੁੰਦਾ, ਤਬਾਦਲਾ ਆਉਣਾ ਸ਼ੁਰੂ ਹੁੰਦਾ ਹੈ। ਕਾਮਾਂ ਤੋਂ ਬਗਲਿਆਂ ਵਤ ਬਣ ਜਾਂਦੇ ਹਨ, ਇਹਨੇ ਥੋੜ੍ਹੇ ਥੋੜ੍ਹੇ ਸੁਭਾਅ ਸੁਧਰਦੇ, ਫਿਰ ਸੰਗਤ ਕਰਦਾ ਰਹਿੰਦਾ ਹੈ, ਫਿਰ ਇਹ ਹੰਸਵਤ ਹੋ ਜਾਂਦਾ ਹੈ।
ਤਤ ਮਿੱਥਿਆ ਦੇ ਵਿਵੇਚਨ ਕਰਨ ਵਾਲਾ ਹੋ ਜਾਂਦਾ ਹੈ। ਦੁਨੀਆ ਜੋ ਜਿਸ ਨੂੰ ਅਸੀਂ ਸੰਸਾਰ ਕਹਿੰਦੇ ਹਾਂ, ਜਗਤ ਕਹਿੰਦੇ ਹਾਂ, ਦੁਨੀਆ ਕਹਿੰਦੇ ਹਾਂ, ਇਹ ਦੋ ਹਿੱਸਿਆਂ ਦੀ ਬਣੀ ਹੋਈ ਹੈ। ਇਹਦੇ ਵਿੱਚ ਇੱਕ ਪਰਮਾਤਮਾ ਰੱਬ ਹੈ, ਦੂਜਾ ਉਸ ਦੀ ਮਾਇਆ ਹੈ। ਦਿਸ਼ਟਮਾਨ ਜਿਤਨਾ ਹੈ ਉਸ ਦੀ ਮਾਇਆ ਹੈ, ਉਹ ਇਸ ਦੇ ਅੰਦਰ ਬਾਹਰ ਪਰਿਪੂਰਨ ਹੈ। ਪਰ ਇਹ ਐਸਾ ਨਜ਼ਰ ਨਹੀਂ ਆਉਂਦਾ, ਐਸਾ ਪ੍ਰਤੀਤ ਨਹੀਂ ਹੁੰਦਾ ਹਰ ਇੱਕ ਨੂੰ। ਜਿਸ ਵਕਤ ਇਸ ਨੂੰ ਹੰਸਵਤ ਤਤ ਮਿੱਥਿਆ ਦੇ ਵਿਵੇਚਨ ਦੀ ਬੁੱਧ ਪ੍ਰਾਪਤ ਹੁੰਦੀ ਹੈ, ਸਤ ਅਸਤ ਨੂੰ ਨਿਖੇੜ ਕੇ ਸਤ ਤੋਂ ਅਸਤ ਨੂੰ ਅਲੱਗਾ ਕਰਨ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਹੰਸ ਦੇ ਚੁੰਝ ਵਿੱਚ ਖਟਿਆਈ ਹੋਣ ਕਰਕੇ ਦੁੱਧ ਪਾਣੀ ਮਿਲਿਆ ਹੋਵੇ ਇੱਕੋ ਜਿਹਾ ਹੀ ਪ੍ਰਤੀਤ ਹੁੰਦਾ ਹੈ। ਉਹਦੇ ਵਿੱਚ ਚੁੰਝ ਪਾਉਂਦਾ ਹੈ, ਉਹ ਫਟ ਜਾਂਦਾ ਹੈ, ਦੁੱਧ ਅੱਡ ਹੋ ਜਾਂਦਾ, ਪਾਣੀ ਅੱਡ ਹੋ ਜਾਂਦਾ। ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ ਹੈ। ਇਸੀ ਤਰ੍ਹਾਂ ਜਿਸ ਵਕਤ ਇਸ ਨੂੰ ਇਹੀ ਜਿਹੀ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ, ਸਤਸੰਗ ਕਰਦੇ ਕਰਦੇ, ਭਜਨ ਕਰਦੇ ਕਰਦੇ, ਫਿਰ ਇਹ ਹੰਸਵਤ ਹੋ ਜਾਂਦਾ ਹੈ। ਵਾਹਿਗੁਰੂ ਅੰਤਰਜਾਮੀ ਨੂੰ ਅਤੇ ਮਾਇਆ ਨੂੰ ਜੋ ਸੰਸਾਰ ਵਿੱਚ ਦੋ ਚੀਜ਼ਾਂ ਨਿਖੇੜਨ ਦੀ ਤਾਕਤ ਹੋ ਜਾਂਦੀ ਹੈ, ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜ ਦਿੰਦਾ ਹੈ, ਮਾਇਆ ਤੋਂ ਉਚੇਰੀ ਕਰ ਲੈਂਦਾ ਹੈ। ਫਿਰ ਇਹ ਦੇਵਤਾ ਬਣ ਜਾਂਦਾ ਹੈ, ਜਿਹਦੇ ਵਿੱਚ ਦੈਵੀ ਗੁਣ ਘਟਦੇ ਹਨ। ਸਤ ਸੰਤੋਖ, ਦਇਆ, ਧਰਮ, ਵਿਚਾਰ, ਸ਼ਾਂਤੀ, ਖਿਮਾ, ਧੀਰਜ, ਵਾਹਿਗੁਰੂ ਦੀ ਭਗਤੀ, ਗਿਆਨ ਆਦਿ ਇਹ ਜਿਹੇ ਜਿਹਦੇ ਵਿੱਚ ਗੁਣ ਘਟਦੇ ਹਨ, ਉਸ ਨੂੰ ਦੇਵਤਾ ਕਿਹਾ ਜਾਂਦਾ ਹੈ। ਦੇਵਤਾ ਬਣ ਕੇ ਫਿਰ ਬੈਕੁੰਠਾਂ ਦਾ ਅਧਿਕਾਰੀ ਬਣਦਾ ਹੈ। ਸੁਣਿਓ ਮੇਰੇ ਮੀਤਾ ਮੈਂ ਮਨ ਸਾਧੂਆਂ ਦੇ
ਤੇ ਮਹਾਰਾਜ ਕਹਿੰਦੇ ਨੇ ਭਾਈ ਜਿਹੀ ਜੀ ਸੰਗਤ ਇਨਸਾਨ ਕਰਦਾ ਹੈ ਵੈਸਾ ਹੀ ਬਣ ਜਾਂਦਾ। ਚੋਰਾਂ ਦੀ ਸੁਹਬਤ 'ਤੇ ਚੋਰੀ ਸਿੱਖੇਗਾ, ਠੱਗਾਂ ਦੀ ਸੰਗਤ ਠੱਗੀ ਸਿਖਾਏਗੀ, ਸ਼ਰਾਬੀਆਂ ਦੀ ਸੰਗਤ 'ਤੇ ਸ਼ਰਾਬ ਪੀਣੀ ਸਿੱਖੇਗਾ, ਜੂਏਬਾਜ਼ਾਂ ਦੀ ਸੰਗਤ ਜੂਆ ਖੇਡਣਾ ਸਿਖਾਏਗੀ। ਪਰ ਇੱਕ ਸਤਸੰਗ ਹੀ ਹੈ ਜਿਹੜੀ ਇਸ ਨੂੰ ਸੱਤ ਦੀ ਸੋਝੀ ਦਿੰਦੀ ਹੈ, ਪਰਮੇਸ਼ਰ ਦੇ ਪਾਸੇ ਦੀ ਸੋਝੀ ਦਿੰਦੀ ਹੈ। ਜਨਮ ਦੀ ਸਫਲਤਾ ਦੀ ਸੋਝੀ ਦੇਣ ਵਾਲੀ ਸਤਸੰਗ ਹੀ ਹੈ। ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ, ਸਤਸੰਗ ਦਾ ਸਰੂਪ ਹੈ। ਸੋ ਇਉਂ ਕਰਕੇ ਸਤਸੰਗ ਦੁਆਰਾ ਇਹ ਜੀਵ ਜਿਸਨੇ ਘੋਰ ਨਰਕਾਂ ਵਿੱਚ ਜਾਣਾ ਹੁੰਦਾ ਉਹ ਬੈਕੁੰਠਾਂ ਨੂੰ ਜਾਂਦਾ ਹੈ। ਇਹ ਬਚਨ ਸੁਣ ਕੇ ਕਿਸੇ ਪ੍ਰੇਮੀ ਨੇ ਸ਼ੰਕਾ ਪੈਦਾ ਕੀਤਾ ਵੀ ਕੋਈ ਮਿਸਾਲ ਵੀ ਮਿਲਣੀ ਚਾਹੀਦੀ ਹੈ। ਇਹੋ ਜਿਹਾ ਪੁਰਸ਼ ਜਿਸਨੇ ਘੋਰ ਨਰਕਾਂ ਵਿੱਚ ਜਾਣਾ ਸੀ ਬੈਕੁੰਠਾਂ ਨੂੰ ਗਿਆ ਹੋਵੇ। ਇਸ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਜਾਂਦੇ ਹਨ। ਉਹ ਗਨਕਾ ਦਾ ਪ੍ਰਮਾਣ ਦੇ ਕੇ ਸਾਨੂੰ ਇਉਂ ਦੱਸਦੇ ਨੇ, ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ। ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ, ਪਾਪਾਂ ਦਾ ਹਾਰ ਪਰੋਤਾ ਗਨਕਾ ਪਾਪਣ ਨੇ। ਕਿਸੇ ਸ਼ਹਿਰ ਵਿੱਚ ਜਿੱਥੇ ਹਰ ਕਿਸਮ ਦੇ ਲੋਕ ਵਸਦੇ ਹਨ, ਇੱਕ ਇਹੋ ਜਿਹਾ ਮਹੱਲਾ ਵੀ ਸੀ ਜਿਸ ਨੂੰ ਲੋਕੀ ਧਰਮਪੁਰਾ ਕਰਕੇ ਕਹਿੰਦੇ ਸਨ, ਪਰ ਧਰਮ ਨਹੀਂ, ਉੱਥੇ ਨਿਰਾ ਅਧਰਮੀ ਹੀ ਹੁੰਦਾ ਸੀ। ਉੱਥੇ ਇੱਕ ਗਨਕਾ ਰਹਿੰਦੀ ਸੀ ਜਿਸ ਦਾ ਜਨਮ ਹੀ ਇਹੋ ਜਿਹੇ ਘਰਾਣੇ ਵਿੱਚ ਹੋਇਆ। ਬਚਪਨ ਤੋਂ ਹੀ ਜਿਸ ਦੀ ਰੁਚੀ, ਜਿਸ ਦੀ ਪ੍ਰਵਿਰਤੀ ਪਾਪਾਂ ਗੁਨਾਹਾਂ ਵਿੱਚ ਸੀ। ਸਾਸੰਗ ਪਾਪ ਬੁਰਾ ਹੈ, ਪਾਪ ਦਾ ਫਲ ਵੀ ਦੁੱਖ ਹੈ। ਜਿਵੇਂ ਦੁਨਿਆਵੀ ਸਰਕਾਰਾਂ ਦੇ ਕਾਨੂੰਨ ਬਣਾਏ ਹੁੰਦੇ ਹਨ, ਇਸੀ ਤਰ੍ਹਾਂ ਈਸ਼ਵਰ ਨੇ ਸ੍ਰਿਸ਼ਟੀ ਰਚੀ, ਉਸਦੇ ਵੀ ਕਾਨੂੰਨ ਬਣਾਏ ਹਨ ਜੋ ਗ੍ਰੰਥਾਂ ਸ਼ਾਸਤਰਾਂ ਦੁਆਰਾ ਜ਼ਾਹਰ ਕੀਤੇ ਹਨ। ਪਾਪ ਕਰਮਾਂ ਦਾ ਫਲ ਦੁੱਖ ਦੱਸਿਆ ਹੈ, ਪੁੰਨ ਕਰਮਾਂ ਦਾ ਫਲ ਸੁਖ ਦੱਸਿਆ ਹੈ। ਐਸਾ ਕਥਨ ਕੀਤਾ ਹੈ। ਪਾਪ ਬੁਰੀ ਚੀਜ਼ ਹੈ, ਸਾਰੇ ਹੀ ਜਾਣਦੇ ਹਨ। ਪਾਪਾਂ ਦੀ ਬਾਬਤ ਤਾਂ ਬਲਕਿ ਇੱਥੇ ਤੱਕ ਗੁਰੂ ਜੀ ਨੇ ਕਿਹਾ, ਨਰ ਅਚੇਤ ਪਾਪ ਤੇ ਡਰ ਰਹੇ। ਜਾਣ ਕੇ ਤਾਂ ਕੀ ਕਰਨਾ ਪਾਪ ਜਾਂ ਗੁਨਾਹ, ਅਚਨਚੇਤ ਹੀ ਜਿਹੜਾ ਹੋ ਜਾਂਦਾ ਉਸ 'ਤੇ ਵੀ ਡਰਨਾ ਚਾਹੀਦਾ। ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ, ਡਰ ਰੇ ਡਰ ਰੇ ਡਰ ਰੇ ਪਾਪਾਂ ਤੇ ਡਰ। Dale,
नर अचेत पाप ते डर रे, दीनानाथ अनाथ करना मैं, शरण ताहें तुम फर रे। है इंसान जेकर तेन दुखों तो डर लगता है, दुखों तो डरदा है, तो जिन्हां कर्मां दा फल दुख है वो कर्म छोड़ दे। पाप कर्मां दा फल दुख है तो इन्हां नूं छोड़ दे, फिर तेनों दुख नहीं लगेगा, क्योंकि पाप कर्म करन वाला ही दोज़ख दी अग विच सड़िया करदा है। इस करके ये छोड़ दे। पर पाप बुरा पापी को प्यारा है, तो पाप बुरा पापी नूं प्यारा लगदा है। ये भी सारे देखते हैं। पापी को प्यारा पाप बुरा, पापी को प्यारा पाप बुरा, पापी को पाप बुरा पापी को प्यारा है, तो पाप बुरा सारे ही जानते हैं। पाप करन वाला भी जानता है, अंदरों उसका मन भी जानता है, पर पापी नूं प्यारा लगता है। क्यों प्यारा लगता है? उसका सुभाव बन चुकिया, बुरी सोसाइटी करके उसका सुभाव पक चुकिया है। भला देखो, जो बच्चा न्याणा हुंदा है उहदे विच कोई भी सुभाव ऐसा नहीं हुंदा। हौली हौली जिही जी सोसाइटी दे विच मूव करता है, जिही जी संगत विच विचरदा है, उहो जिहा दा सुभाव बनता चला जाता। कबीर मन पंखी फिया उड़ उड़ दै दिस जाए, जो जैसी संगत करे सो तैसो फल खाए। जिही जी संगत करदा हजा बन जाता है। अगर बुरी संगत करदा बुरा बन जाता है, चंगी संगत करदा चंगा बन जाता है। बुरा यानी
ਚੰਗਾ ਆਦਮੀ ਅਗਰ ਬੁਰੀ ਸੰਗਤ ਕਰਨ ਲੱਗ ਜਾਵੇ ਉਹ ਵੀ ਬੁਰਾ ਹੋ ਜਾਂਦਾ ਹੈ। ਅਗਰ ਬੁਰਾ ਆਦਮੀ ਚੰਗੀ ਸੰਗਤ ਕਰਨ ਲੱਗ ਜਾਵੇ ਉਹ ਵੀ ਚੰਗਾ ਬਣ ਜਾਇਆ ਕਰਦਾ ਹੈ। ਸੁਸਾਇਟੀ ਦਾ ਭਾਵੇਂ 10 ਗੱਲਾਂ ਦਾ ਇਸ 'ਤੇ ਅਸਰ ਹੈ, ਪਰ ਜ਼ਿਆਦਾਤਰ ਸੁਸਾਇਟੀ ਦਾ ਹੀ, ਸੰਗਤ ਦਾ ਹੀ ਅਸਰ ਹੈ, ਸੰਗਤ ਦਾ और लिटरेचर का। स्वयं इस तरीके से गणका ने इतने पाप किए जिन्हें हिसाब कोई नहीं। गणका पापण होए के पापां दा गल हार परोता, इन्ने पाप किए मानो पापां दा गल विच हार ही परो लिया। जीवन ही उहदा पापमई बन गया सी। पर गल इन्नी जरूर सी, उहदे चित्त विच ਇਹ ਖਿਆਲ ਆ ਕੇ ਮਨੁੱਖਾ ਸਰੀਰ ਵਾਹਿਗੁਰੂ ਨੇ ਭਜਨ ਵਾਸਤੇ ਦਿੱਤਾ ਹੈ, ਨੇਕੀ ਭਲਾਈ ਵਾਸਤੇ ਦਿੱਤਾ ਹੈ। ਪਰ ਤੇਰਾ ਜੀਵਨ ਤਾਂ ਇਹੋ ਜਿਹਾ ਹੈ, ਤੈਨੂੰ ਨਰਕਾਂ ਨੇ ਵੀ ਨਹੀਂ ਚੱਲਣਾ। ਸੋ ਇਸ ਵਾਸਤੇ ਤੇਰੇ ਵਾਸਤੇ ਇਹ ਜੀਵਨ ਬਦਲਣਾ ਚਾਹੀਦਾ। ਇਹੋ ਜਿਹੇ ਖਿਆਲ ਆ ਕੇ ਉਹਦੇ ਚਿੱਤ ਨੂੰ ਬੇਬਲ ਕਰਦੇ ਸਨ। ਪਰ ਹਾਲਤ ਲੰਗੜੇ ਗਧੇ ਵਰਗੀ। ਲੰਗੜਾ ਗਧਾ ਜਿੱਲਣ ਵਿੱਚ ਫਸਿਆ, ਟੰਗਾ ਮਾਰਦਾ ਨਿਕਲ ਨਹੀਂ ਸਕਦਾ, ਹੋਰ ਧਸੀਂ ਜਾਂਦਾ ਹੈ। ਜਿੱਲਣ ਦਾ ਸੁਭਾਵ ਹੈ, ਜਿੰਨੀ ਦੇਰ ਤੱਕ ਦੂਸਰਾ ਫੜ ਕੇ ਖਿੱਚ ਕੇ ਨਾ ਕੱਢੇ ਉੱਥੋਂ ਨਿਕਲਿਆ ਨਹੀਂ ਜਾਂਦਾ ਹੁੰਦਾ। ਇਸੀ ਤਰ੍ਹਾਂ ਇਹਦੀ ਹਾਲਤ ਹੈ। ਡਰ ਜ਼ਰੂਰ ਲੱਗਦਾ ਹੈ ਅੱਗੇ ਦੋਜ਼ਖਾਂ ਤੋਂ, ਨਰਕਾਂ ਤੋਂ, ਪਰ ਪੇਸ਼ ਕੋਈ ਨਹੀਂ ਜਾਂਦੀ। ਭਲਾ ਸਾਧ ਸੰਗ ਇਹ ਕਿਉਂ? ਪ੍ਰਤੀਤ ਹੁੰਦਾ ਹੈ ਉਸ ਦਾ ਪਿਛਲੇ ਜਨਮ ਦਾ ਕੋਈ ਭਗਤੀ ਦਾ ਬੀਜ ਉਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਆ ਹੋਇਆ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਹਰ ਇਨਸਾਨ ਦੇ ਇਹ ਸਾਡੇ ਸਰੀਰ ਕੁਛ ਨਹੀਂ, ਦਰਅਸਲ ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹੋਈਆਂ। ਸੰਬੰਧੀ ਨੇ ਜਿਹੜੇ, ਇਹ ਵੀ ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹਨ। ਸੋ ਇਹ ਇਸਨੂੰ ਵੈਸੇ ਪ੍ਰਤੀਤ ਨਹੀਂ ਹੁੰਦਾ, ਦਰਅਸਲ ਗੱਲ ਇਹੀ ਜਿਹੀ ਹੈ। ਇਉਂ ਕਰਕੇ ਸੋ ਇਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ, ਉੱਗਣ ਦੀ ਕੋਸ਼ਿਸ਼ ਕਰਦਾ ਸੀ। ਜਿਵੇਂ ਕਿਸੇ ਜ਼ਮੀਨ ਵਿੱਚ ਪਿਆ ਹੋਇਆ ਕਿਸੇ ਜੜੀ ਬੂਟੀ ਦਾ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਕਿਉਂਕਿ ਜ਼ਮੀਨ ਬੀਜ ਨੂੰ ਆਪਣੇ ਵਿੱਚ ਨਹੀਂ ਰੱਖਿਆ ਕਰਦੀ। ਉੱਗਦਾ ਕਦ ਹੈ? ਜਿਸ ਵਕਤ ਮੌਸਮ ਆ ਜਾਵੇ ਔਰ ਬਾਰਿਸ਼ ਪੈ ਜਾਏ ਜਾਂ ਪਾਣੀ ਕਿਸੇ ਤਰੀਕੇ ਸਿਰ ਆ ਜਾਵੇ। ਇਸੀ ਤਰ੍ਹਾਂ ਜਿਸ ਦੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੁੰਦਾ ਹੈ, ਉਹ ਵੀ ਉੱਗਦਾ ਹੈ, ਉੱਗਣ ਦੀ ਕੋਸ਼ਿਸ਼ ਕਰਦਾ। ਇਹੋ ਜਿਹੇ ਖਿਆਲਾਤ ਉਹਦੇ ਚਿੱਤ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਪਰ ਉੱਗਦਾ ਕਦ ਹੈ? ਜਦੋਂ ਮੌਸਮ ਆ ਜਾਏ, ਉਹ ਸਮਾਂ ਆ ਜਾਏ ਔਰ ਸਤਸੰਗ ਰੂਪੀ ਵਰਖਾ ਹੋ ਜਾਵੇ, ਸਤਿਗੁਰਾਂ ਦੀ ਸੋਭਤ ਮਿਲ ਜਾਏ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਇਉਂ ਜਦੋਂ ਉਹ ਸਮਾਂ ਆ ਜਾਏ ਫਿਰ ਉਹ ਬੀਜ ਉੱਗਿਆ ਕਰਦਾ ਹੈ। ਵੈਸੇ ਪਿਆ ਹਿਰਦੇ ਰੂਪੀ ਜ਼ਮੀਨ ਵਿੱਚ ਹੀ ਹੁੰਦਾ ਹੈ। ਇਸੀ ਤਰ੍ਹਾਂ ਜਿਵੇਂ ਸਦਨੇ ਦੀ ਬਾਬਤ, ਸਦਨਾ ਇੱਕ ਕਸਾਈਆਂ ਦਾ ਲੜਕਾ ਸੀ। ਕਸਾਈਆਂ ਦੀ ਕੀ ਕੰਮ ਹੁੰਦੇ ਹਨ? ਬੱਕਰੇ ਵੱਢਣੇ, ਮਾਂਸ ਵੇਚਣਾ, ਕਿਹਾ ਜੇ ਨਿਸ਼ਿੱਧ ਕਰਮ ਹੈ। ਹਾਂ, ਬਚਪਨ ਤੋਂ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ, ਉਸ ਦਾ ਪਿਤਾ ਉਸਨੂੰ ਦੁਕਾਨ 'ਤੇ ਬਿਠਾਉਣ ਲੱਗ ਪਿਆ। ਪਰ ਉਸ ਦੇ ਚਿੱਤ ਵਿੱਚ ਘਿਰਣਾ ਸੀ, ਉਹ ਇਸ ਕੰਮ ਨੂੰ ਪਸੰਦ ਨਹੀਂ ਸੀ ਕਰਦਾ। ਕਿਉਂ ਨਹੀਂ ਸੀ ਕਰਦਾ? ਉਹਦੇ ਚਿੱਤ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ, ਇਸ ਵਸਤੂ ਤੋਂ ਉਸਨੂੰ ਘਿਰਣਾ ਦਿਲਾ ਰਿਹਾ ਸੀ। ਹਾਂ, ਜੇ ਕਿਤੇ ਕਿਤਾਈ ਉਹਦੇ ਕੰਨ ਵਿੱਚ ਪਰਮੇਸ਼ਰ ਦੇ ਨਾਮ ਦੀ ਧੁਨੀ ਪੈ ਜਾਂਦੀ, ਉਹ ਵਜਦ ਵਿੱਚ, ਮਸਤੀ ਵਿੱਚ ਨੱਚ ਉੱਠਿਆ ਕਰਦਾ ਸੀ। ਇਹ ਵੀ ਇਹੀ ਗੱਲ ਦੱਸ ਰਹੀ ਹੈ ਵੀ ਪਿਛਲੇ ਜਨਮ ਦਾ ਉਹਦੇ ਚਿੱਤ ਵਿੱਚ ਭਗਤੀ ਦਾ ਬੀਜ ਪਿਆ ਹੋਇਆ, ਬੁਰਾਈ ਤੋਂ ਘਿਰਣਾ ਹੋ ਰਹੀ ਹੈ ਉਸਨੂੰ ਔਰ ਚੰਗੇ ਪਾਸੇ ਨੂੰ ਚਾਹ ਰਿਹਾ ਹੈ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਫਾ ਦਾ ਜ਼ਿਕਰ, ਸਦਨ ਸਿਰ 'ਤੇ ਮਾਂਸ ਦਾ ਟੋਕਰਾ ਲਈ ਜਾਂਦਾ, ਦੂਰੋਂ ਫਸਲਾਂ ਦੇ ਉੱਪਰ ਦੀ ਲਹਿਰਾਉਂਦੀ ਹੈ ਇੱਕ ਪਰਮੇਸ਼ਰ ਦੇ ਭਜਨ ਦੀ ਧੁਨੀ ਉਹਦੇ ਕੰਨ ਵਿੱਚ ਇਉਂ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਝੂਟਣ ਖਾਵੇਂਗਾ। ਭਜਨ ਦਿਆ ਨਹੀਂ ਕੀਨੀ ਤਾਂ ਮੁਖ ਝੂਟਣ ਖਾਵੇਂਗਾ।
राम सिमर पछताएगा मन। पापी जियरा लोभ करत है, आज काल उठ जाएगा। लालच लग के जन्म गवाया, माया भरम भुलाएगा। धन जोबन का गर्व न कीजै, कागद ज्यों गल जाएगा। जो जम आए केस गए पटके, तान दिन कछ न बसाएगा। सिमरन भजन दया नहीं कीनी, तामुख चोटा खाएगा। सिमरन परमेश्वर दे नाम दा, भजन हरि कीर्तन करन, दया दुखियां ते दया करनी, अपनी बित अनुसार दुखी पुरुष की मदद करनी। ये तीन गल्लां सिमरन भजन दया दुनिया दे विच श्रेष्ठ हैं। तिन्हां विचों कुछ भी नहीं कीता तां जमा दियां गुरजां खाणियां पैणगियां। कबीर जमका ठेंगा बुरा है, वो नहीं सहया जाए। एक जो साधु मोह मिलियो तिन लियो अंचल लाए। कबीर जी कहते जम दा हंटर बड़ा करड़ा। जमां दे पास एक हंटर हुंदा जिहदी 4 ਉਂਗਲ ਦੀ हत्थी हुंदी है। ਜਦੋਂ ਇਹ ਜੀਵ ਨੂੰ ਸਥੂਲ ਸਰੀਰ ਚੋਂ ਕੱਢ ਕੇ ਸੂਖਸ਼ਮ ਸਰੀਰ ਦੇ ਸਹਿਤ ਪਰਲੋਕ ਨੂੰ ਲਿਜਾਂਦੇ ਹਨ, ਉਹਨਾਂ ਹੰਟਰਾਂ ਨਾਲ ਕੁੱਟਦੇ ਲਿਜਾਂਦੇ। ਇੱਕ ਲੱਗਦਾ ਹੈ ਇਤਨੀ ਸੱਟ ਵੱਜਦੀ ਬੇਹੋਸ਼ ਹੋ ਜਾਂਦਾ। ਜਦੋਂ ਫਿਰ ਹੋਸ਼ ਆਉਂਦੀ ਹੈ ਫਿਰ ਇੱਕ ਮਾਰ ਦਿੰਦੇ। ਇਉਂ ਕੁੱਟਦੇ ਕੁੱਟਦੇ ਮਾਰਦੇ 1 ਸਾਲ ਦਾ ਰਸਤਾ ਹੈ ਪਾਪੀਆਂ ਦਾ ਪਰਲੋਕ ਦਾ। ਮਾਰਦੇ ਕੁੱਟਦੇ ਜਾਂਦੇ ਹਨ। ਕਬੀਰ ਜੀ ਕਹਿੰਦੇ ਜਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾ। ਉਹਦੀ ਇਤਨੀ ਸੱਟ ਹੈ, ਉਹਦੀ ਸੱਟ ਚੱਲ ਨਹੀਂ ਹੁੰਦੀ। ਹੁਣ ਤੇ ਤੋਂ ਕੰਡਾ ਨਹੀਂ ਚੱਲ ਹੁੰਦਾ। ਪਹਿਲਾਂ ਉਹਨਾਂ ਵਾਸਤੇ ਵੀ ਤਿਆਰੀ ਕਰ ਕੁਛ। ਜੇ ਨਹੀਂ ਤਿਆਰੀ ਕੀਤੀ ਫਿਰ ਜਮਾਂ ਦੇ ਹੰਟਰ ਤਾਂ ਖਾਣੇ ਹੀ ਪੈਣੇ। ਫਿਰ ਅੱਗੇ ਦੱਸਦੇ ਉਪਾਅ ਕੀ ਹੈ ਉਸ ਤੋਂ ਬਚਣ ਦਾ। ਆਪਣੀ ਅਵਸਥਾ ਕਬੀਰ ਜੀ ਜ਼ਾਹਰ ਕਰਦੇ ਹਨ। ਇੱਕ ਜੋ ਸਾਧੂ ਮੂੰਹ ਮਿਲਿਓ ਤਿਨ ਲਿਓ ਅੰਚਲ ਲਾਏ। ਆਪਣੇ ਗੁਰੂ ਰਾਮਾਨੰਦ ਵੱਲ ਇਸ਼ਾਰਾ ਕਰਦੇ ਹਨ। ਕਹਿਣ ਲੱਗੇ ਜਦੋਂ ਮੈਂ ਉਹਨਾਂ ਦੀ ਸ਼ਰਨ ਡਿੱਗਿਆ, ਉਹਨਾਂ ਨੇ ਮੈਨੂੰ ਪਰਮੇਸ਼ਰ ਦੀ ਭਗਤੀ ਵਿੱਚ ਲਗਾ ਦਿੱਤਾ। ਜਦੋਂ ਪਰਮੇਸ਼ਰ ਦੀ ਭਗਤੀ ਕਰਨ ਲੱਗ ਗਿਆ, ਬੁਰਾਈ ਤੋਂ ਦੂਰ ਹੋ ਗਿਆ। ਉਹ ਦੂਰ ਰਹੀ ਉਹ ਜਮ ਤੇ ਬਾਟ। ਉਹ ਰਸਤਾ ਹੀ ਦੂਰ ਰਹਿ ਗਿਆ। ਪਾਪੀਆਂ ਦਾ ਰਸਤਾ ਹੋਰ ਹੈ, ਭਜਨ ਕਰਨ ਵਾਲੇ ਦਾ ਰਸਤਾ ਹੋਰ ਹੈ। ਇਉਂ ਇਸ ਤਰੀਕੇ ਸਿਰ ਜਦੋਂ ਇਹ ਸ਼ਬਦ ਕੰਨ ਦੁਆਰਾ ਹੋ ਕੇ ਸਦਨੇ ਦੇ ਹਿਰਦੇ ਵਿੱਚ ਪਹੁੰਚਿਆ, ਸਾਧ ਸੰਗਤ ਇਤਨੀ ਸੱਟ ਵੱਜੀ ਜਿਸ ਕਰਕੇ ਬੇਹੋਸ਼ ਹੋ ਕੇ ਗਿਰ ਪੈਂਦਾ ਹੈ। ਸਿਰ ਤੋਂ ਮਾਂਸ ਦਾ ਟੋਕਰਾ ਗਿਰ ਜਾਂਦਾ ਹੈ। ਲੋਥੜੇ ਖਿੱਲਰ ਜਾਂਦੇ ਨੇ ਮਾਂਸ ਦੇ। ਕਾਂ ਕੁੱਤੇ ਇੱਲਾਂ ਆ ਚਿੰਬੜਦੀਆਂ ਹਨ। ਰਸਤਾ ਸੀ ਲੋਕਾਂ ਦਾ ਮੇਲਾ ਲੱਗ ਗਿਆ। ਹਾਂ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਹੈ ਆਪਣੇ ਆਪਣੇ ਖਿਆਲ ਅਨੁਸਾਰ। ਪਰ ਉਹ ਕਾਫੀ ਦੇਰ ਤੱਕ ਬੇਹੋਸ਼ੀ ਵਿੱਚ ਪਿਆ ਰਿਹਾ। ਜਦੋਂ ਥੋੜ੍ਹੀ ਜਿਹੀ ਹੋਸ਼ ਆਈ ਫਿਰ ਇਹੀ ਆਵਾਜ਼ ਕੰਨਾਂ ਵਿੱਚ ਇਉਂ ਗੂੰਜਦੀ ਸੁਣਦੀ ਹੈ। ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਛੋਟ। ਸਿਮਰਨ ਭਜਨ ਦਿਆ ਨਹੀਂ ਕੀਨੀ ਤਾਂ ਮੁਖ ਛੋਟ ਖਾਵੇਗਾ।
ਆਵਾਜ਼ ਸਦਨੇ ਦੇ ਕੰਨ ਵਿੱਚ ਪੈਂਦੀ ਹੈ ਅਤੇ ਦਿਲ 'ਤੇ ਸੱਟ ਵੱਜਦੀ ਹੈ। ਕਿਉਂ? ਗੁਰਬਾਣੀ ਬਾਣ ਹੈ। ਬਾਣ ਕੱਸ ਕੇ ਕੋਈ ਮਾਰੇ ਜੇ ਤਾਂ ਅੱਗੇ ਕਰੜਾ ਥਾਂ ਪੱਥਰ ਹੈ, ਲੱਗਦਾ ਹੈ, ਪਿੱਛੇ ਮੁੜਿਆ ਹੁੰਦਾ। ਜੇ ਪੋਲਾ ਥਾਂ ਹੈ ਬਾਣ ਛੇਕ ਕਰ ਜਾਂਦਾ ਹੈ। ਇਸੀ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਪਿਛਲੇ ਜਾਂ ਇਹ ਜਨਮ ਦੇ ਪਾਪਾਂ ਕਰਕੇ ਕਰੜੇ ਹੋਏ ਨੇ ਪੱਥਰ ਵੱਲ, ਬਾਣੀ ਰੂਪੀ ਬਾਣ ਲੱਗਦਾ ਤਾਂ ਹੈ ਪਰ ਲੱਗ ਕੇ ਪਿੱਛੇ ਮੁੜਿਆ ਆਉਂਦਾ ਹੈ। ਜਿਨ੍ਹਾਂ ਦੇ ਹਿਰਦੇ ਨਰਮ ਹਨ ਉਹਨਾਂ ਦੇ ਹਿਰਦਿਆਂ ਵਿੱਚ ਇਹ ਬਾਣ ਜਿਹੜਾ ਹੈ ਛੇਕ ਕਰ ਜਾਂਦਾ ਹੈ, ਜਿਸ ਛੇਕ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਤਦੇ ਕਬੀਰ ਜੀ ਨੇ ਕਥਨ ਕੀਤਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਮਿਲ ਗਿਆ ਪਰਾ ਕਰੇ ਜੇ ਛੇਕ। ਕਬੀਰ ਗੂੰਗਾ ਹੋਇਆ ਬਾਵਰਾ, ਬਹਿਰਾ ਹੋਇਆ ਕਾਨ, ਪਾਵਨ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਬਾਣ ਗੁਰਬਾਣੀ ਪਾਪੜਿਆਂ ਪਛਾੜ ਬਾਣ ਸਚਾਵਾਂ ਸਿੰਨ ਕੇ, ਗੁਰੂ ਮੰਤਰੜਾ ਚਿਤਾਰ ਨਾਨਕ ਦੁੱਖ ਨ ਥੀ ਵਹੀ। ਗੁਰਬਾਣੀ ਬਾਣ ਹੈ ਪਰ ਕਰੜੇ ਹਿਰਦੇ ਵਿੱਚ ਲੱਗ ਕੇ ਪਿੱਛੇ ਮੁੜ ਆਉਂਦਾ ਹੈ, ਨਰਮ ਹਿਰਦਿਆਂ ਵਿੱਚ ਛੇਕ ਕਰ ਜਾਂਦਾ ਹੈ। ਗੁਰਾਂ ਮੇਰੇ ਜੀ ਬਾਣ ਮਾਰਿਆ, ਗੁਰਾਂ ਮੇਰੇ ਜੀ ਬਾਣ ਮਾਰਿਆ, ਸਦਨੇ ਇੱਕ ਕਸਾਈ ਦਾ ਮੁੰਡਾ ਮਾਂਸ ਵੇਚਣ ਵਾਲਾ, ਉਹਦੇ ਇੱਕ ਬਚਨ ਨੇ, ਇੱਕ ਸ਼ਬਦ ਨੇ ਇਤਨਾ ਗਹਿਰਾ ਅਸਰ ਕਿਉਂ ਕੀਤਾ? ਸਾਧ ਸਿੰਘ ਉਹਦੇ ਹਿਰਦੇ ਦੇ ਵਿੱਚ ਪਿਛਲੇ ਜਨਮ ਦਾ ਭਗਤੀ ਰੂਪੀ ਬੀਜ ਪਿਆ ਹੋਇਆ ਸੀ। ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜਿਸ ਕਰਕੇ ਕਰਨ ਦੁਆਰਾ ਹੋ ਕੇ ਇਹ ਸ਼ਬਦ ਉਹਦੇ ਹਿਰਦੇ ਵਿੱਚ ਪਹੁੰਚਿਆ, ਉੱਥੇ ਛੇਕ ਕਰ ਗਿਆ। ਇਤਨੀ ਸੱਟ ਵੱਜੀ, ਬੇਹੋਸ਼ ਹੋ ਕੇ ਗਿਰ ਪਿਆ। ਅਖੀਰ ਕੁਛ ਦੇਰ ਤੋਂ ਬਾਅਦ ਉਹ ਖਾਲੀ ਟੋਕਰਾ ਲੈ ਕੇ ਤੁਰ ਜਾਂਦਾ ਹੈ। ਇਹ ਸੀ ਪਿਛਲੇ ਜਨਮ ਦਾ ਹਿਰਦੇ ਰੂਪੀ ਜ਼ਮੀਨ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਜ ਰੂਪੀ ਯਾਨੀ ਅੰਕੁਰ ਪਿਆ ਹੋਇਆ। ਸੋ ਇਸੀ ਤਰ੍ਹਾਂ ਹੀ ਉਹ ਸਮਾਂ ਪਾ ਕੇ ਉੱਗਿਆ। ਉਹੀ ਸਦਨਾ ਹਾਲਾਂਕਿ ਕਸਾਈਆਂ ਦੇ ਘਰ ਜਨ, ਲੇਕਿਨ ਉਹੀ ਭਗਤ ਬਣਿਆ। ਸਾਧ ਸੰਗ ਇੱਕ ਦਿਨ ਦਾ ਜ਼ਿਕਰ, ਦੁਕਾਨ 'ਤੇ ਉਹਦੇ ਬਾਪ ਨੇ ਬਿਠਾਉਣ ਲਾਤਾ, ਮਾਂਸ ਵੇਚਦਾ ਹੈ, ਗਾਹਕ ਆਉਂਦੇ ਹਨ। ਇੱਕ ਦਿਨ ਗਰਮੀ ਦਾ ਮੌਸਮ, ਇੱਕ ਗਾਹਕ ਆਇਆ, ਕੁਝ ਦੇਰ ਹੋਏ ਤਾਂ ਉਹਦਾ ਸਾਰਾ ਮਾਂਸ ਵਿਕ ਚੁੱਕਿਆ ਸੀ। ਗਾਹਕ ਆ ਕੇ ਕਹਿੰਦਾ, ਸਦਨਿਆਂ ਲਿਆ ਬਈ ਮੇਰਾ ਪਾ ਪੱਕਾ ਮਾਂਸ। ਸਦਨਾ ਕਹਿੰਦਾ ਵਿਕ ਚੁੱਕਿਆ ਭਾਈ, ਅੱਜ ਤਾਂ
ਤੁਸੀਂ ਸਬਜ਼ੀ ਭਾਜੀ ਨਾਲ ਰੋਟੀ ਖਾ ਲਓ। ਨਹੀਂ ਕਹਿੰਦਾ ਜਾਂ ਤਾਂ ਮੇਰਾ ਰੋਜ਼ ਦਾ ਮਾਂਸ ਦਿਓ, ਨਹੀਂ ਮੈਂ ਹੋਰ ਦੇ ਨਾਲ ਆਪਣੀ ਗਾਹਕੀ ਪੈਦਾ ਕਰਦਾ। ਦੁਕਾਨਦਾਰ ਨੂੰ ਇਹ ਗੱਲ ਬਹੁਤ ਬੁਰੀ ਭਾਸ਼ਿਆ ਕਰਦੀ। ਉਹਨੇ ਸੋਚਿਆ ਮੇਰੀ ਗਾਹਕੀ ਛੱਡ ਕੇ ਹੋਰ ਦਾ ਗਾਹਕ ਬਣਦਾ ਹੈ, ਇਹ ਤਾਂ ਚੰਗੀ ਗੱਲ ਨਹੀਂ। ਮਾਂਸ ਹੈ ਨਹੀਂ, ਜੇ ਨਹੀਂ ਦਿੰਦਾ ਤਾਂ ਇਹ ਗਾਹਕੀ ਟੁੱਟਦੀ ਹੈ। ਅਖੀਰ ਉਸਨੇ ਸੋਚਿਆ ਚਲੋ, ਅੰਦਰ ਬਾਗਲੇ ਵਿੱਚ ਬਹੁਤ ਸਾਰੇ ਬੱਕਰੇ ਬੰਨੇ ਖੜ੍ਹੇ ਸਨ, ਉਹਨਾਂ ਵਿੱਚੋਂ ਰੋਜ਼ ਇੱਕ ਅੱਧੇ ਬੱਕਰੇ ਨੂੰ ਜ਼ਿਬਾ ਕਰਦੇ ਹੁੰਦੇ ਸਨ। ਉਹਨੇ ਸੋਚਿਆ ਚਲੋ ਪਾਪ ਪੱਕਾ ਮਾਸ ਹੈ, ਬੱਕਰੇ ਨੂੰ ਜਾਨੋਂ ਨਹੀਂ ਮਾਰਾਂਗੇ, ਜਾਨੋਂ ਮਾਰਦੇ ਤਾਂ ਰਾਤ ਨੂੰ ਬੁੱਸ ਜਾਏਗਾ ਮਾਸ, ਨੁਕਸਾਨ ਹੋਏਗਾ। ਇੱਕ ਪਾਪ ਪੱਕਾ ਮਾਸ ਹੈ ਤੋ ਕੱਟ ਕੇ ਦੇ ਦਿੰਦੇ ਹਾਂ। ਗੱਲ ਕੀ ਹੈ, ਦੁਕਾਨਦਾਰ ਨੂੰ ਗਾਹਕੀ ਟੁੱਟਦੀ ਚੰਗੀ ਨਹੀਂ ਲੱਗਿਆ ਕਰਦੀ, ਆਪਣਾ ਗਾਹਕ ਬਣਿਆ ਰਹੇਗਾ। ਉਹਨੂੰ ਕਹਿਣਗਾ ਅੱਛਾ ਮੈਂ ਠਹਿਰ ਲਿਆਉਣਾ। ਗਿਆ ਅੰਦਰ ਜਾ ਕੇ ਜਦੋਂ ਬੱਕਰੇ ਦੇ ਪਾਸ ਛੁਰੀ ਲੈ ਕੇ ਪਹੁੰਚਿਆ, ਬੱਕਰਾ ਬੜਾ ਹੱਸਿਆ, ਹੈਰਾਨ ਹੋ ਗਿਆ। ਪੁੱਛਣਗੇ ਤੂੰ ਦੇਵ ਹੈ, ਦੈਤ ਹੈ, ਭੂਤ ਹੈ, ਪ੍ਰੇਤ ਹੈ, ਕੀ ਚੀਜ਼ ਹੈ, ਕਿਉਂ ਹੱਸਦਾ ਹੈ? ਮੇਰੇ ਹੱਥੀਂ ਅਨੇਕਾਂ ਬੱਕਰੇ ਮਰੇ, ਗੱਲ ਕੀ ਹੈ? ਅੱਗੋਂ ਬੱਕਰਾ ਕਹਿੰਦਾ ਕੁਛ ਨਹੀਂ, ਹਾਂ ਬੱਕਰਾ ਮੈਂ ਦੇਵ ਨਹੀਂ, ਦੈਤ ਨਹੀਂ, ਭੂਤ ਨਹੀਂ, ਪ੍ਰੇਤ ਨਹੀਂ, ਕੁਛ ਨਹੀਂ ਬੱਕਰਾ। ਫਿਰ ਹੱਸਿਆ ਕਿਉਂ? ਕਹਿਣ ਲੱਗੇ ਹੱਸਿਆ ਤਾਂ ਮੈਂ ਤਾਂ ਹਾਂ, ਕਈ ਜਨਮ ਦਾ ਤੇਰਾ ਅਤੇ ਮੇਰਾ ਸਿਰ ਦਾ ਵੱਟਾ ਚਲਿਆ ਆਇਆ ਹੈ। ਤੂੰ ਬੱਕਰਾ ਬਣਿਆ, ਮੈਂ ਆਦਮੀ ਬਣ ਕੇ ਤੇਰਾ ਸਿਰ ਵੱਢਿਆ, ਮੈਂ ਬੱਕਰਾ ਬਣਿਆ, ਤੈਂ ਵੱਢਿਆ, ਇਉਂ ਚਲਿਆ ਆਇਆ ਹੈ। ਪਰ ਬਈ ਸਦਨਿਆ ਹੁਣ ਤਾਂ ਨਵੀਂ ਭਾਜੀ ਪਾਉਣ ਲੱਗਿਆ ਹੈ, ਮੈਂ ਤਾਂ ਔਖਾ ਸੌਖਾ ਰਾਤ ਕੱਟ ਲੂੰਗਾ। ਜਦੋਂ ਤੈਨੂੰ ਵੀ ਇਹੋ ਜਿਹਾ ਬਦਲਾ ਦੇਣਾ ਪਿਆ, ਤੂੰ ਸੋਚ ਲੈ ਜ਼ਰਾ, ਤੇਰੇ ਨਾਲ ਵੀ ਇਹੋ ਜਿਹੀ ਬੀਤਣੀ ਹੈ। ਇਹ ਤਾਂ ਜੈਸੀ ਕਰਨੀ ਵੈਸੀ ਭਰਨੀ, ਈਸ਼ਰੀ ਕਾਨੂੰਨ ਨੂੰ ਕੋਈ ਮੇਟ ਨਹੀਂ ਸਕਦਾ। ਜਦੋਂ ਇੰਨੀ ਗੱਲ ਸੁਣੀ, ਸਦਨੇ ਨੇ ਛੁਰੀਓ ਮਾਰੀ ਉਸ ਚਲਾ ਕੇ, ਕੰਨ ਨੂੰ ਲਾ ਲਏ ਹੱਥ, ਅੱਜ ਤੋਂ ਮੈਂ ਕਦੇ ਨਹੀਂ ਇਹ ਕੰਮ ਕਰਾਂਗਾ, ਬਸ ਮੈਂ ਹੁਣ ਸਾਰੀ ਜ਼ਿੰਦਗੀ ਪ੍ਰਭੂ ਦੀ ਭਗਤੀ ਵਿੱਚ ਲਗਾਵਾਂਗਾ। ਆ ਕੇ ਸਾਧ ਸੰਗ ਗਾਹਕ ਨੂੰ ਕਹਿਣਗੇ ਜਾ ਤੇਰੀ ਖੁਸ਼ੀ ਹੈ, ਕਿਸੇ ਨਾਲ ਪੈਦਾ ਕਰ ਗਾਹਕੀ ਨਾ ਕਰ, ਬਸ ਮੇਰੇ ਤਾਂ ਅੱਜ ਆਖਰੀ ਦਿਨ ਹੈ ਇਹ ਦੁਕਾਨ 'ਤੇ ਬੈਠਣਾ। ਸਾਧ ਸੰਗ ਉਸ ਦਿਨ ਤੋਂ ਉਸਨੇ ਫਕੀਰਾਂ ਦੀ ਸੋਬਤ ਅਖਤਿਆਰ ਕੀਤੀ ਵੀ ਕਿਵੇਂ ਕਿਵੇਂ ਪਿਛਲੇ ਵੀ ਕਰਮ ਕੱਟੇ ਜਾਣ, ਖਬਰ ਹੈ ਕਿੰਨੇ ਜਨਮ ਦਾ ਹਿਸਾਬ ਕਿਤਾਬ ਚਲਿਆ ਆਉਂਦਾ। ਸੋ ਇਹ ਜਾਣ ਕੇ ਸਾਧ ਸੰਗਤ ਅਖੀਰ ਸਮਾਂ ਪਾ ਕੇ ਉਹੀ ਸਦਨਾ ਪ੍ਰਭੂ ਦਾ ਹੋਇਆ ਹੈ। ਸੋ ਜਿਸ ਦਾ ਇੱਕ ਸ਼ਬਦ ਗੁਰਬਾਣੀ ਵਿੱਚ ਵੀ ਆਉਂਦਾ ਹੈ, ਨਿਰਭਉ ਕੰਨਿਆ ਕੇ ਕਾਰਨੇ ਇੱਕ ਭਇਓ ਭੇਖਤਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਉਗਣ ਕਾਹੇ ਜਗਤ ਗੁਰਾਜੋ ਕਰਮ ਨ ਨਾਸੇ, ਸਿੰਘ ਸ਼ਰਨ ਕਤ ਜਾਈਓ ਜੰਬਕ ਗਰਾਸੇ, ਏਕ ਬੂੰਦ ਜਲ ਕਾਰਨੇ ਚਾਤਰ ਦੁਖ ਪਾਵੈ, ਪ੍ਰਾਨ ਗਏ ਸਾਗਰ ਮਿਲੇ ਕਾਮ ਨ ਆਵੈ, ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂਢਮय ਨੌਕਾ ਮਿਲੇ ਕੋ ਕਾਹੇ ਚੜਾਵੋ, ਮੈਂ ਨਾਹੀਂ ਕੁਛ ਹਉ ਨਹੀਂ ਕੁਛ ਆਹੇ ਨਾ ਮੋਰਾ, ਅਵਸਰ ਜਾ ਰਾਖ ਲਿਓ ਸਦਨਾ ਜਨ ਤੋਰਾ। ਇਹ ਸ਼ਬਦ ਹੁੰਦਾ ਹੈ। ਕਿਉਂ? ਉਸ ਜਿਹੜਾ ਬੀਜ ਪਿਆ ਸੀ ਹਿਰਦੇ ਰੂਪੀ ਜ਼ਮੀਨ ਵਿੱਚ ਭਗਤੀ ਦਾ, ਉਸਨੇ ਕਿਤਨਾ ਵੱਡਾ ਕੰਮ ਕੀਤਾ। ਇਸੀ ਤਰ੍ਹਾਂ ਹੀ ਸਾਧ ਸੰਗਤ ਗਨਕਾ ਦੇ ਹਿਰਦੇ ਵਿੱਚ ਵੀ ਕੋਈ ਪਿਛਲੇ ਜਨਮ ਦੀ ਭਗਤੀ ਦਾ ਬੀਜ ਪਿਆ, ਉਗਣ ਦੀ ਕੋਸ਼ਿਸ਼ ਕਰਦਾ ਹੈ, ਜੋ ਉਹਦੇ ਚਿੱਤ ਨੂੰ ਕਈ ਦਫਾ ਬੇਬਲ ਕਰਦਾ। ਮਨੁੱਖ ਦੇ ਮਿਲੀ ਭਗਤੀ ਕਰਨ ਵਾਸਤੇ, ਨੇਕੀ ਭਲਾਈ ਪਰਉਪਕਾਰ ਕਰਨ ਵਾਸਤੇ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ, ਤੈਨੂੰ ਤਾਂ ਨਰਕਾਂ ਨੇ ਵੀ ਨਹੀਂ ਚੱਲਣਾ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿੰਦੇ ਸਨ। ਸੋ ਇਹ ਪਿਛਲੇ ਜਨਮ ਦੀ ਭਗਤੀ ਦਾ ਬੀਜ ਹੀ ਪ੍ਰਤੀਤ ਹੁੰਦਾ ਸੀ। ਪਾਪਾਂ ਦਾ ਹਾਰ ਪੁਰੋਤਾ ਗਨਕਾ, ਪਾਪਾਂ ਦਾ ਹਾਰ ਪੁਰੋਤਾ ਗਨਕਾ,
ਗਨਕਾ ਦੇ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਵੱਲ ਕਰ ਦਿੰਦੇ ਹਨ। ਪਰ ਬੇਵਸੀ ਗੱਲ, ਲੰਗੜੇ ਗਧੇ ਵਾਲੀ ਹਾਲਤ ਹੈ। ਹਾਂ, ਸਮਾਂ ਆਉਂਦਾ ਹੈ ਤਾਂ ਉਹ ਬੀਜ ਉੱਗਣ ਦੀ ਕੋਸ਼ਿਸ਼ ਕਰਦਾ ਜਦੋਂ ਪਾਣੀ ਮਿਲ ਜਾਵੇ ਤਾਂ, ਜਾਂ ਬਾਰਿਸ਼ ਪੈ ਜਾਵੇ। ਉਸੀ ਸ਼ਹਿਰ ਦੇ ਬਾਹਰ ਇੱਕ ਮਹਾਤਮਾ ਰਹਿੰਦੇ ਸਨ। ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਦੇ ਹਾਂ, ਆਦਿ ਤੋਂ ਅੰਤ ਤੱਕ ਅੱਛੀ ਤਰ੍ਹਾਂ ਅੱਖਾਂ ਖੋਲ੍ਹ ਕੇ ਪਾਠ ਕਰਦੇ ਹਾਂ, ਜ਼ਰਾ ਦੇਖਿਆ ਕਰੋ ਸੰਤਾਂ ਦੀ ਮਹਿਮਾ ਥਾਂ ਥਾਂ ਕਥਨ ਆਉਂਦੀ ਹੈ। ਇਹ ਸ਼ਬਦ, ਇਹ ਬਚਨ ਸੰਤ, ਸਾਧ, ਮਹਾਂਪੁਰਖ, ਗੁਰਮੁਖ, ਤਤਵੇਤੇ, ਬ੍ਰਹਮ ਗਿਆਨੀ, ਇਹੋ ਜਿਹੇ ਬਹੁਤ ਸਾਰੇ ਬਚਨ ਆਉਂਦੇ ਹਨ ਜਿਹੜੇ ਇਸ ਗੱਲ ਦੇ ਲਿਖਾਇਕ ਹਨ ਵੀ ਇਹ ਰੂਹਾਂ ਪ੍ਰਭੂ ਨਾਲ ਮਿਲ ਚੁੱਕੀਆਂ। ਉਹਨਾਂ ਵੱਲ ਇਸ਼ਾਰਾ ਕਰਦੇ ਹਨ। ਭਾਵੇਂ ਇਹਦੇ ਵਿੱਚ ਲਿਬਾਸ ਵਗੈਰਾ ਦਾ ਕੋਈ ਰੌਲਾ ਨਹੀਂ, ਪਰ ਫਿਰ ਵੀ ਲੱਛਣ ਜ਼ਰੂਰ ਦੱਸੇ ਹਨ। ਜਿਸ ਸਾਸ ਗਰਾਸ ਨ ਵੀਸਰੇ, ਹਰਨਾਮਾ ਮਨਮੰਤ, ਧਨ ਸੁਸੇਈ ਨਾਨਕਾ, ਪੂਰਨ ਸੇਈ ਸੰ। ਜਿਹਨੂੰ ਸਾਸਗਾਰ ਪ੍ਰਭੂ ਦਾ ਨਾਮ ਨਹੀਂ ਵਿਸਰਦਾ, ਆਤਮ ਗਿਆਨ ਸਹਿਤ ਹਨ, ਜਿਨ੍ਹਾਂ ਦੀ ਦ੍ਰਿਸ਼ਟੀ 'ਚ ਇਹ ਜਗਤ ਜੋ ਬੜਾ ਭਾਰਾ, ਬਹੁਤ ਵਿਸਥਾਰ ਵਾਲਾ ਭਾਸ ਰਿਹਾ ਹੈ, ਕੁਛ ਵੀ ਹਸਤੀ ਨਹੀਂ ਰੱਖਦਾ ਸਿਵਾਏ ਇੱਕ ਸੰਕਲਪ ਤੋਂ। ਵਾਹਿਗੁਰੂ ਸਾਰੇ ਪਰਿਪੂਰਨ ਹੈ। ਉਹ ਦੇਖਣ ਵਾਲੀ ਜਿਹਦੀ ਅੱਖ ਖੁੱਲ੍ਹ ਗਈ ਹੈ, ਉਸ ਦਾ ਨਾਮ ਹੀ ਸੰਤ ਹੈ, ਜਿਸ ਕਰਕੇ ਉਹਦਾ ਚਿੱਤ ਸ਼ਾਂਤ ਹੋ ਚੁੱਕਾ ਹੈ। ਸੰਤ ਮੈਨੇ ਸ਼ਾਂਤੀ ਦੇ ਹਨ। ਇਉਂ ਕਰਕੇ ਇਹੋ ਜਿਹੇ ਮਹਾਂਪੁਰਖ ਹੋਰ ਬਹੁਤ ਸਾਰੇ ਲੱਛਣ ਦੱਸੇ ਨੇ। ਸੰਤਾਂ ਦਾ ਜੀਵਨ ਭਜਨ ਹੁੰਦਾ ਹੈ। ਭਜਨ ਤੋਂ ਬਿਨਾਂ ਜੀ ਨਹੀਂ ਸਕਦੇ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਭੰਵਰੇ ਦਾ ਜੀਵਨ ਸੁਗੰਧੀ ਹੈ, ਇਸੀ ਤਰ੍ਹਾਂ ਹੋ ਕਈ ਇਹੋ ਜਿਹੇ ਦ੍ਰਿਸ਼ਟਾਂਤ ਹਨ। ਇਸੀ ਤਰ੍ਹਾਂ ਸੰਤਾਂ ਦਾ ਜੀਵਨ ਵਾਹਿਗੁਰੂ ਦਾ ਭਜਨ ਹੈ। ਉਹ ਭਜਨ ਤੋਂ ਬਿਨਾਂ ਜੀ ਨਹੀਂ ਸਕਦੇ। ਵਾਹਿਗੁਰੂ ਦਾ ਭਜਨ ਔਰ ਵਾਹਿਗੁਰੂ ਨੂੰ ਦੇਖਣ ਦੀ ਸੰਤੁਸ਼ਟੀ, ਇਹ ਉਹਨਾਂ ਦਾ ਜੀਵਨ ਹੈ। ਕਿਉਂ ਉਹਨਾਂ ਦੀ ਬਾਬਤ ਦੱਸਿਆ ਹੈ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ, ਜਿੰਦ ਬਚਦੀ ਨਹੀਂ ਸ਼ਬਦ ਬਿਨਾ, ਬਚਦੀ ਨਹੀਂ ਗੁਰ ਸ਼ਬਦ ਬਿਨਾ, ਬਚਦੀ ਨਹੀਂ ਗੁਰ ਸ਼ਬਦ ਬਿਨਾ। ਜੈਸੇ ਨੀਰ ਬਿਨ ਮਛਲੀ, ਜਿੰਦ ਬਚਦੀ ਨਹੀਂ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾ। ਆਓ ਹੁਣ ਸਮੇਂ ਨੂੰ ਮੁੱਖ ਰੱਖ ਕੇ ਸਾਰੇ ਪ੍ਰੇਮੀ ਪਹਿਲੇ ਗੁਰੂ ਸਤੋਤਰ ਵਿੱਚ ਬੋਲਣਾ, ਅਰਦਾਸ ਵਿੱਚ ਇਕਵਾਨ ਹੋ ਕੇ ਸ਼ਾਮਲ ਹੋਣਾ, ਫਿਰ ਹੁਕਮਨਾਮਾ ਗੁਰੂ ਮਹਾਰਾਜ ਦਾ ਸੁਣ ਕੇ ਪ੍ਰਸ਼ਾਦ ਲੈ ਕੇ ਸ਼ਾਂਤੀ ਨਾਲ ਫਿਰ ਚਾਲੇ ਪਾਉਣ ਦੀ ਖੇਚ ਕਰਨੀ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ
Lord.